बेतलहम में यीशु का जन्म हुआ तो पूर्व से कई ज्योतिषी यरूशलेम में आकर पूछने लगे, यहूदियों का राजा जिसका जन्म हुआ है कहाँ है? क्योंकि हमने पूर्व में उनका तारा देखा है और उनको प्रणाम करने आया है। यह सुनकर हेरोदेस राजा और उसके साथ सारा यरूशलेम घबरा गया। तब उसने लोगों के सब प्रधान याजकों और शास्त्रियों को इकट्ठा करने उसने पूछा, मसीह का जन्म कहाँ होना चाहिए? उन्होंने उससे कहा, यहूदियों के बेतलहम में, क्योंकि भविष्यद्वक्ता के द्वारा जो लिखा गया है, बेतलहम तू जो यहूदा के प्रदेश में है, तू किसी की रीति से यहूदा के अधिकारियों में सबसे छोटा नहीं, क्योंकि तुझ में से एक अधिपति निकलेगा जो तेरी प्रजा इस्राएल की रखवाली करेगा। हालेलुया। देखो उस राजे ਨੂੰ ਕਿੰਨਾ ਡਰ ਹੋ ਗਿਆ। ਉਹਨੂੰ ਐ ਹੋ ਗਿਆ, ਉਹ ਪੁੱਛ ਰਹੇ ਨੇ ਇਕੱਠੇ ਕਰ ਕਰਕੇ ਸ਼ਾਸਤਰੀਆਂ ਨੂੰ ਬੁਲਾ ਕੇ ਪੁੱਛ ਰਹੇ ਨੇ ਵੀ ਪ੍ਰਭੂ ਦਾ ਇਤਿਹਾਸ ਦੇ ਵਿੱਚ ਪਿੱਛੋਂ ਜੋ ਜਨਮ ਲਿਖਿਆ ਕਿੱਥੇ ਹੋਣਾ ਹੈ, ਵੀ ਕਿਹੜੀ ਧਰਤੀ 'ਤੇ ਜਨਮ ਹੋਣਾ ਹੈ। ਉਹਨਾਂ ਨੂੰ ਡਰ ਕੇ ਦੇਖੋ ਤਾਰਾ ਸੀ ਜਿਹੜਾ ਜਗਦਾ ਤਾਰਾ ਪੂਰਬ ਦੇ ਵੇਲੇ ਉਤਰਿਆ ਤੇ ਪ੍ਰਭੂ ਨੂੰ ਪ੍ਰਣਾਮ ਕਰਦਾ ਹੈ। ਜੇ ਪ੍ਰਭੂ ਨੂੰ ਪ੍ਰਣਾਮ ਕਰਨ ਵਾਸਤੇ ਉਤਰਿਆ ਤਾਂ ਦੇਖੋ ਉਸ ਰਾਜੇ ਨੂੰ ਬੜਾ ਡਰ ਹੋ ਗਿਆ, ਤਾਂ ਉਸ ਨੂੰ ਘਬਰਾ ਉੱਠੇ, ਸਾਰਾ ਯਰੂਸ਼ਲਮ ਘਬਰਾ ਉੱਠਿਆ, ਕਿਉਂਕਿ ਉਹਦੇ ਵਿੱਚ ਪਾਪੀ ਬੜੇ ਸੀ, ਬੜੇ ਪਾਪ ਦੇ ਵਿੱਚ ਭਰੇ ਹੋਏ ਸੀ। ਤਾਂ ਉਹਨਾਂ ਨੂੰ ਤਾਰਨ ਵਾਸਤੇ ਨਾ ਕਿ ਸਾਰੇ ਯਰੂਸ਼ਲਮ ਦੇ ਉੱਤੇ ਕਿ ਸਭ ਦੇ ਉੱਤੇ ਉਹ ਰਾਜ ਕਰੂਗਾ, ਕਿਉਂਕਿ ਉਹ ਪਰਮੇਸ਼ਵਰ ਦਾ ਪੁੱਤਰ ਸੀ, ਵਚਨ ਸੀ। ਤਾਂ ਪਰ ਉਹ ਵਚਨ ਦਾ ਜਿਹੜਾ ਉਪਦੇਸ਼ ਜਿਹੜਾ ਪਰਮੇਸ਼ਵਰ ਯਹੋਵਾ ਨੇ ਵਚਨ ਦੇ ਵਿੱਚ ਲਿਖਿਆ ਹੋਇਆ ਸੀ, ਉਹ ਉਪਦੇਸ਼ ਪੂਰਾ ਹੋਣ ਵਾਸਤੇ ਉਹ ਪੂਰਾ ਹੋਇਆ। ਤਾਂ ਦੇਖੋ ਪ੍ਰਭੂ ਯਿਸੂ ਦਾ ਜਨਮ ਹੋਇਆ, ਤਾਰੇ ਦਾ ਦੱਸਿਆ ਗਿਆ, ਉਹਨੂੰ ਪ੍ਰਣਾਮ ਕਰਨਾ ਆ। ਤਾਂ ਦੇਖੋ ਉਹਨੂੰ ਦੱਸਦਾ ਰਿਹਾ ਬੜੇ ਬੜੇ ਰਾਜਿਆਂ ਨੂੰ, ਤੇ ਅੱਗੋਂ ਵਚਨ ਦੇਖੋ ਕੀ ਕਹਿੰਦਾ ਹੈ। तब हेरोदेस के ज्योतिषियों को चुपके से बुलाकर उसने पूछा कि तारा ठीक किसी समय दिखाई दिया था? ਹਾਲੇਲੂਇਆ। ਕਹਿੰਦਾ ਉਹਨੂੰ ਫਿਰ ਵੀ ਬਾਰ-ਬਾਰ ਪੁੱਛਦਾ ਰਿਹਾ ਕਿਸੇ ਨੂੰ ਚੋਰੀਓਂ ਵੀ ਤਾਰਾ ਕਹਿੰਦਾ ਉਸੇ ਸਮੇਂ ਤੇ ਆਇਆ ਸੀ ਜਿਹੜਾ ਲਿਖਿਆ ਹੋਇਆ, ਵੀ ਜਦੋਂ ਪ੍ਰਭੂ ਦਾ ਜਨਮ ਲਿਖਿਆ ਹੋਇਆ ਸੀ ਉਸੇ ਸਮੇਂ ਦੇ ਉੱਤੇ ਆਇਆ ਸੀ। ਤਾਂ ਲੋਕ ਕੀ ਕਹਿੰਦੇ ਨੇ, ਆਇਆ ਸੀ। ਉਹ ਸਮਾਂ ਉਹੀ ਸਮਾਂ ਜੋ ਪ੍ਰਭੂ ਯਿਸੂ ਮਸੀਹ ਦਾ ਆਉਣ ਦਾ ਸਮਾਂ ਸੀ। ਇਹ ਕੋਈ ਪ੍ਰਭੂ ਯਿਸੂ ਮਸੀਹ ਆਏ, ਇਹ ਥੋੜ੍ਹੇ ਕੋਈ ਆਪਣੇ ਆਪ ਦੀ ਮਰਜ਼ੀ ਨਾਲ ਆਏ। ਇਹ ਪਰਮੇਸ਼ਵਰ ਨੇ ਆਪਣੇ ਪੁੱਤਰ ਨੂੰ ਧਰਤੀ 'ਤੇ ਭੇਜਿਆ ਸੀ। ਉਹ ਇਤਿਹਾਸ ਦੇ ਵਿੱਚ ਲਿਖਿਆ ਗਿਆ, ਜਨਮ ਹੋਣ ਤੋਂ ਪਹਿਲਾਂ ਪੂਰੇ ਇਤਿਹਾਸਾਂ ਦੇ ਵਿੱਚ ਲਿਖਿਆ ਗਿਆ ਸੀ ਕਿ ਪ੍ਰਭੂ ਯਿਸੂ ਮਸੀਹ ਧਰਤੀ ਦੇ ਉੱਤੇ ਆਉਣਗੇ। ਉਹਦਾ ਨਾਮ ਯਿਸੂ ਰੱਖਿਆ ਜਾਊ। ਜਿਸ ਤਰ੍ਹਾਂ ਅੱਗੇ ਮਾਤਾ ਮਰੀਅਮ ਦੇ ਜਦੋਂ ਕੋਖ ਦੀ ਜਗਦੀ ਜੋਤ ਆਈ ਤਾਂ ਦੱਸਿਆ ਗਿਆ ਕਿ ਪਰ ਉਹਦਾ ਨਾਮ ਯਿਸੂ ਰੱਖਿਆ। ਤਾਂ ਦੇਖੋ ਪਰਮੇਸ਼ਵਰ ਦਾ ਪੁੱਤਰ ਆ ਰਿਹਾ ਸੀ, ਜਗਦੀ ਜੋਤ ਆ ਰਹੀ ਸੀ। ਉਹ ਜਨਮ ਹੋਣ ਤੋਂ ਪਹਿਲਾਂ ਹੀ ਭਵਿੱਖਬਾਣੀ ਹੋਈ ਸੀ। ਇਹ ਸਾਰੇ ਸ਼ਾਸਤਰੀ ਜਾਣਦੇ ਸੀ, ਜਿਹੜੇ ਵੀ ਪਰੇ ਜਾਦੂਗਰ ਸੀ, ਸ਼ਾਸਤਰੀ ਸੀ, ਸਾਰਿਆਂ ਨੂੰ ਪਤਾ ਸੀ, ਕਿਉਂਕਿ ਇਤਿਹਾਸਾਂ 'ਚ ਲਿਖਿਆ ਹੋਇਆ ਸੀ ਵੀ ਪਰਮੇਸ਼ਵਰ ਦਾ ਪੁੱਤਰ ਹੋਊਗਾ, ਵੀ ਪਰਮੇਸ਼ਵਰ ਦੀ ਉਹ ਜਗਦੀ ਜੋਤੀ ਆਊਗੀ, ਵੀ ਉਹ ਧਰਤੀ ਉੱਤੇ ਪ੍ਰਗਟ ਹੋਊਗੀ। ਤਾਂ ਦੇਖੋ ਜਦੋਂ ਆਇਆ ਤਾਂ ਦੇਖੋ ਯਰੂਸ਼ਲਮ ਨੂੰ ਕਿੰਨੀ ਘਬਰਾਹਟ ਹੋਈ, ਤਾਂ ਕਿੰਨਾ ਚੋਰੀਆਂ ਚੁੱਕੀਆਂ ਸ਼ਾਸਤਰੀਆਂ ਨੂੰ ਬੁਲਾਉਂਦਾ, ਕਦੇ ਇਕੱਠਾ ਕਰਕੇ ਕਿਸੇ ਨੂੰ ਪੁੱਛਦਾ। ਤਾਂ ਅੱਗੇ ਦੇਖੋ ਵਚਨ ਕੀ ਕਹਿੰਦਾ ਹੈ, ਆਮੀਨ ਹਾਲੇਲੂਇਆ। और उसने यह कहकर उन्हें बेतलहम भेजा जाओ और उस बालक के विषय में ठीक ठीक मालूम करो, और जब वह मिल जाए तो मुझे समाचार दो, ताकि मैं भी आकर उसको प्रणाम करूं। हालेलुया। देखो ਭਵਿੱਖਿਆ ਜੋ ਪਰਮੇਸ਼ਵਰ ਨੇ ਬਾਣੀਆਂ ਦੇ ਵਿੱਚ ਲਿਖਿਆ ਸੀ, ਤਾਂ ਉਹਦੀ ਤਾਮ ਕਿੰਨੀ ਹੋਈ, ਕਿੰਨੀ ਉਹਦੀ ਇੱਛਾ ਹੋਈ। ਤਾਂ ਜਦੋਂ ਜਾਂਦਾ ਤਾਂ ਅੱਗੇ ਚੱਲ ਕੇ ਦੇਖੋ ਕੀ ਹੁੰਦਾ। ਆਮੀਨ आमीन हालेलुया। वह राजा की बात सुनकर चले गए, और जो तारा उन्होंने पूर्व में देखा था वह उनके आगे आगे चला। ਹਾਲੇਲੂਇਆ। ਜਦੋਂ ਉਹ ਤਾਰੇ ਨੂੰ ਵੇਖਿਆ ਸੀ ਉਹਦੇ ਅੱਗੇ ਚੱਲਣਾ ਸ਼ੁਰੂ ਹੋ ਗਿਆ। ਉਹ ਅੱਗੇ ਚੱਲ ਕੇ ਉਸ ਜਗ੍ਹਾ ਦੇ ਉੱਤੇ ਲੈ ਗਿਆ ਜਿੱਥੇ ਪ੍ਰਭੂ ਯਿਸੂ ਸੀ। ਅੱਗੇ ਵਚਨ ਕੀ ਕਹਿੰਦਾ, और जहाँ बालक था उस जगह के ऊपर पहुंचकर ठहर गया। उस तारे को देखकर वह अति आनंदित हुआ। उन्होंने उस घर में पहुंचकर उस बालक को उसकी माता मरियम के साथ देखा, और मुंह के बल गिरकर बालक को प्रणाम किया, और अपना अपना थैला खोलकर उसको सोना और लोबान और गंधरस की भेंट चढ़ाई।
तब सपने में यह चेतावनी पाकर हेरोदास के पास फिर ना जाना वह दूसरे मार्ग से अपने देश को चले गए। आमीन। मिस्र देश को जाना। उनके चले जाने के बाद प्रभु के एक दूत ने सपने में यूसुफ को दिखाई देकर कहा, उठ, उस बालक को और उसकी माता को लेकर मिस्र देश को भाग जा, और जब तक मैं तुझसे ना कहूँ तब तक वहीं रहना, क्योंकि हेरोदेस इस बालक को ढूंढने पर है कि उसने मरवा डाले। हालेलुया। ਇਹ ਵੀ ਭਵਿੱਖਬਾਣੀ ਪਹਿਲਾਂ ਕਰ ਦਿੱਤੀ ਗਈ। ਦੇਖੋ ਇਹ ਵੀ ਪਹਿਲਾਂ ਦੀ ਪਹਿਲਾਂ ਦਿੱਤੇ ਗਏ। ਇਹ ਵੀ ਆਪਣੇ ਸਵਰਦੂਤ ਜੋ ਦੇਖੋ ਪਰਮੇਸ਼ਵਰ ਦੇ ਜੋ ਉਸ ਬਾਲਕ ਦੀ ਰੱਖਿਆ ਦੇ ਵਿੱਚ ਉਹ ਸਵਰਦੂਤਾਂ ਨੇ ਦੇਖੋ ਕਿੰਨਾ ਪਹਿਰਾ ਲਾਇਆ, ਤਾਰੇ ਉਸ ਨੂੰ ਚੁਗੇ, ਤਾਰਾ ਉਸ ਦੇ ਉੱਤੇ ਆਇਆ, ਤਾਂ ਉਸ ਬੱਚੇ ਨੂੰ ਵੀ ਸੰਦੇਸ਼ ਪਹਿਲਾਂ ਹੀ ਯੂਸੁਫ ਦੇ ਕੋਲੇ ਪਹੁੰਚਦਾ ਰਿਹਾ ਕਿ ਹੁਣ ਇਸ ਦੇਸ਼ ਦੇ ਉੱਤੇ ਸੰਕਟ ਆਉਣ ਵਾਲਾ ਹੈ ਤੇ ਇਸ ਬੱਚੇ ਨੂੰ ਮਾਰਨ ਦੀਆਂ ਤਿਆਰੀਆਂ ਦੇ ਵਿੱਚ ਹੋਣਗੇ, ਤਾਂ ਇਸ ਬੱਚੇ ਨੂੰ ਅੱਗੇ ਲਿਜਾਇਆ ਜਾਵੇ। ਤਾਂ ਦੇਖੋ ਪਰਮੇਸ਼ਰ ਕਿੰਨਾ ਮਹਾਨ ਸੀ, ਆਪਣੇ ਪੁੱਤਰ ਦੀ ਕਿੰਨੀ ਵੱਡੀ ਰੱਖਿਆ ਕਰਦਾ ਸੀ, ਕਿਉਂਕਿ ਇਸੇ ਲਈ ਉਹਨੂੰ ਭੇਜਿਆ ਸੀ। ਤਾਂ ਦੇਖੋ ਅੱਗੇ ਜਾ ਕੇ ਬਹੁਤ ਵੱਡਾ ਚਮਤਕਾਰ ਹੋਣ ਵਾਲਾ ਹੈ ਇਸ ਵਚਨ ਤੋਂ ਅੱਗੇ ਜੋ ਇਸ ਵਚਨ ਹੋ ਰਿਹਾ। ਤਾਂ ਪਰਮੇਸ਼ਰ ਬੜੀ ਮਹਾਨ ਕਿਰਪਾ ਵਾਲੇ ਹਨ। ਤਾਂ ਪਰਮੇਸ਼ਰ ਦਾ ਵਚਨ ਅੱਗੇ ਕੀ ਕਹਿੰਦਾ? ਆਮੀਨ। तब वह रात को ही उठकर बालक और उसकी माता को लेकर मिस्र को चल दिया और हेरोदेस के मरने तक वहीं रहा, इसलिए कि वह वचन जो प्रभु के भविष्यद्वक्ता के द्वारा कहा था पूरा हो। मैंने अपने पुत्र को मिस्र से बुलाया। जब हेरोदेस ने यह देखा कि ज्योतिषियों ने उसके साथ धोखा किया, तब वह क्रोध से भर गया और लोगों को भेजकर ज्योतिषियों द्वारा ठीक ठीक बताया गया समय के अनुसार बेहतलम और उसके आसपास के स्थानों के सब लड़कों को जो 2 वर्ष के या उससे छोटे थे मरवा डाले। हाँ, देखो प्रभु यीशु ਦੇ ਤਿੰਨਾਂ ਕ੍ਰੋਧ ਵਿੱਚ ਆ ਕੇ ਉਸ ਬੱਚੇ, ਉਸ 2-2 ਸਾਲ ਤੋਂ ਛੋਟੇ ਉਹ ਬੱਚੇ ਮਰਵਾ ਦਿੱਤੇ ਸੀ। ਉਸ ਰਾਜੇ ਨੂੰ ਮਰਵਾ ਦਿੱਤੇ ਸੀ ਪ੍ਰਭੂ ਵੀ ਉਹ ਮਾਰਿਆ ਜਾਵੇ, ਵੀ ਰਾਜ ਨਾ ਕਰੇ, ਉਹ ਆਵੇ ਨਾ। ਦੇਖੋ ਪਰਮੇਸ਼ਵਰ ਦੀ ਜਿਹੜੀ ਸ਼ਕਤੀ ਸੀ, ਪਰਮੇਸ਼ਵਰ ਦਾ ਜਿਹੜਾ ਜਗਤੀ ਜੋਤੀ ਸੀ, ਉਸ ਨੂੰ ਕੋਈ ਰੋਕ ਥੋੜਾ ਸਕਦਾ ਸੀ। ਉਹ ਆਈ ਤਾਂ ਦੇਖੋ ਉਸ ਨੂੰ ਕੋਈ ਨਾ ਮਾਰ ਸਕਿਆ। ਪਰਮੇਸ਼ਵਰ ਦਾ ਜਿੰਨਾ ਸ਼ਬਦ ਸੀ, ਵਚਨ ਸੀ ਪੂਰਾ ਕਰਨ ਵਾਸਤੇ, ਪ੍ਰਭੂ ਯੀਸ਼ੂ ਨੇ ਪੂਰਾ ਕੀਤਾ। ਤੇ ਅੱਗੇ ਵਚਨ ਦੇ ਵਿੱਚ ਦੇਖੋ ਅੱਗੇ ਕੀ ਕਹਿੰਦਾ? ਆਮੀਨ। आमीन। तब जो वचन यिर्मयाह भविष्यद्वक्ताओं के द्वारा कहा गया था वह पूरा हुआ। ਜੋ ਭਵਿਸ਼ਿਆਂ ਦੇ ਵਿੱਚ ਦੀ ਵਚਨ ਕੀਤਾ ਗਿਆ ਸੀ ਉਹ ਪੂਰਾ ਹੋ ਰਿਹਾ ਹੈ, ਉਹ ਪੂਰਾ ਹੋਇਆ। ਤਾਂ ਉਸ ਤੋਂ ਬਾਅਦ ਅੱਗੇ ਬਹੁਤ ਵੱਡਾ ਚਮਤਕਾਰ ਪ੍ਰਭੂ ਜੀ ਦਿਖਾਉਣਗੇ, ਦੱਸਣਗੇ। रामा में एक करुण नाद सुनाई दिया, रोना और बड़ा विलाप। रलेह अपने बालकों के लिए रो रही थी और शांत होना ना चाहती थी, क्योंकि वह अब नहीं रहे मिस्र देश से लौटना। हालेलुया। ਹੁਣ ਮਿਸਰ ਦੇਸ਼ ਤੋਂ ਵਾਪਸ ਆਉਣਾ ਦੇਖੋ ਕਿਉਂ ਕਿ ਪਰਮੇਸ਼ਰ ਨੂੰ ਜਿਹੜੇ ਪ੍ਰਭੂ ਨੂੰ ਮਾਰਨ ਵਾਲੇ ਸੀ ਉਹ ਮਰ ਗਏ, ਉਹ ਖਤਮ ਹੋ ਗਏ। ਤਾਂ ਦੇਖੋ ਸੰਦੇਸ਼ ਹੋਇਆ ਪਰਮੇਸ਼ਰ ਤੋਂ, ਸੰਦੇਸ਼ ਹੋਇਆ ਸਵਰਦੂਤਾਂ ਦਾ ਸੰਦੇਸ਼ ਹੋਇਆ, ਫਿਰ ਯਰੂਸ਼ਲਮ ਨੂੰ ਵਾਪਸ ਲੌਟਣਾ। ਤਾਂ ਪ੍ਰਭੂ ਜੀ ਇੱਥੋਂ ਦੇਖੋ ਵਾਪਸ ਲੌਟਣਾ। ਤਾਂ ਪ੍ਰਭੂ ਯਿਸੂ ਮਸੀਹ ਬੜੇ ਮਹਾਨ ਸੀ, ਉਹ ਖੁਦਾ ਬੜਾ ਮਹਾਨ ਸੀ, ਆਪਣੇ ਬੱਚੇ ਦੀ ਕਿੰਨੀ ਰੱਖਿਆ ਕਰਦਾ ਸੀ। ਤਾਂ ਆਪਣੇ ਬੇਟੇ ਦੀ ਕਿੰਨੀ ਰੱਖਿਆ ਕਰਦਾ। ਜਿਸ ਤਰ੍ਹਾਂ ਤੁਸੀਂ ਆਪਣੇ ਬੱਚੇ ਦੀ ਬੜੀ ਕੋਸ਼ਿਸ਼ ਕਰਦੇ ਹੋ ਕਿਸੇ ਦੀ ਮਦਦ ਕਰੀਏ ਵੀ ਇਹ ਬੱਚਾ ਸੰਕਟ ਵਿੱਚ ਨਾ ਆਵੇ, ਤਾਂ ਉਹ ਪਿਤਾ ਦੇਖੋ ਬੜਾ ਮਹਾਨ ਹੈ ਜਿਹੜਾ ਧਰਤੀ ਦੇ ਕਾਸ ਨੂੰ ਬਣਾਉਣ ਵਾਲਾ, ਜਿਹਨੇ ਆਪਣੇ ਬਚਨ ਨੂੰ ਭੇਜਿਆ, ਆਪਣੇ ਸ਼ਬਦ ਨੂੰ ਭੇਜਿਆ, ਤੇ ਉਹਦੀ ਕਿੰਨੀ ਰੱਖਿਆ ਕੀਤੀ। ਕਿੰਨੇ ਵੱਡੇ ਸੰਕਟ ਆਏ, ਅੱਗੇ ਆ ਕੇ ਦੇਖੋ ਯਰੂਸ਼ਲਮ ਨੂੰ ਆਉਂਦਾ, ਉਸ ਤੋਂ ਬਾਅਦ ਤਾਂ ਸੰਕਟ ਨੂੰ ਕਰਨ ਲੱਗ ਜਾਂਦਾ, ਬੜੇ ਵੱਡੇ ਕੰਮ ਕਰਨ ਲੱਗ ਜਾਂਦਾ, ਜਵਾਨ ਹੋ ਜਾਂਦਾ। ਪ੍ਰਭੂ ਜੀ ਅੱਗੇ ਬੜੇ ਵੱਡੇ ਕੰਮ ਕਰਦਾ, ਆਪਣੇ ਰਾਜ ਦੇ ਵਿੱਚ ਆ ਜਾਂਦਾ, ਉਹ ਪਰਮੇਸ਼ਰ ਆਪਣੇ ਪਿਤਾ ਦਾ ਹੁਕਮ ਪੂਰਾ ਕਰਨ ਲੱਗ ਜਾਂਦਾ। ਤਾਂ ਬੱਚੋ ਪ੍ਰਭੂ ਯਿਸੂ ਮਸੀਹ ਬੜੇ ਮਹਾਨ ਪਰਮੇਸ਼ਰ ਦੇ ਬੇਟੇ ਨੇ, ਕੋਈ ਸਾਧੂ ਸੰਤ ਨਹੀਂ ਸੀ, ਇਸ ਲਈ ਮੈਂ ਵਚਨ ਦਿੱਤਾ, ਇਸੇ ਲਈ ਥੋੜਾ ਵਚਨ ਸੁਣਾਇਆ ਵੀ ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਭੇਜਿਆ ਸੀ, ਵੀ ਕਿਵੇਂ ਭੇਜਿਆ, ਕਿੰਨੀਆਂ ਤਕਲੀਫਾਂ ਆਈਆਂ। ਜੋ ਤਾਰਾ ਸੀ ਉਹਨੂੰ ਪ੍ਰਣਾਮ ਕਰਦਾ ਸੀ, ਤਾਂ ਬੜੇ ਬੜੇ ਰਾਜਾ ਤਖਤ ਲਿਜਾ ਕੇ ਉਸ ਨੂੰ ਅੱਗੇ ਖੜਾ ਹੋ ਜਾਂਦਾ ਸੀ, ਤਾਂ ਉਹ ਪ੍ਰਣਾਮ ਕਰਨ ਵਾਸਤੇ ਗਏ। ਤਾਂ ਪਰਮੇਸ਼ਰ ਆਪਣੇ ਸੰਦੇਸ਼ ਯਿਸੂ ਨੂੰ ਦੇ ਕੇ ਜਿੱਥੇ ਜ਼ਰੂਰਤ ਪੈਂਦੀ ਸੀ ਉੱਥੇ ਪ੍ਰਭੂ ਯਿਸੂ ਨੂੰ ਤੇ ਮਰੀਮ ਨੂੰ ਪਹੁੰਚਾਇਆ ਜਾਂਦਾ ਸੀ, ਕਿਉਂ ਪਰਮੇਸ਼ਰ ਬੜੇ ਮਹਾਨ ਸੀ, ਬੜੇ ਦਿਆਲੂ ਸੀ, ਤੇ ਆਪਣੇ ਬੇਟੇ ਦੀ ਕਿੰਨੀ ਵੱਡੀ ਰੱਖਿਆ ਕਰਦੇ ਸੀ। ਜੇ ਅੱਜ ਵੀ ਤੁਸੀਂ ਇਹ ਵਿਸ਼ਵਾਸ ਦੇ ਵਿੱਚ ਰਹੋਗੇ ਤਾਂ ਤੁਹਾਡੇ ਲਈ, ਤੁਸੀਂ ਵੀ ਉਹਦੇ ਬੱਚੇ ਹੋ ਨਾ,
ਉਹ ਤੁਹਾਡੀ ਵੀ ਰੱਖਿਆ ਉਵੇਂ ਕਰਨਗੇ ਜਿਵੇਂ ਪ੍ਰਭੂ ਯਿਸੂ ਮਸੀਹ ਦੀ ਰੱਖਿਆ ਕੀਤੀ ਸੀ। ਉਹ ਵਚਨ ਸੀ, ਸ਼ਬਦ ਸੀ, ਉਹ ਪਰਮੇਸ਼ਵਰ ਸੀ, ਉਹਦਾ ਬੇਟਾ ਸੀ। ਅੱਜ ਵੀ ਆਪਣੀ ਰੱਖਿਆ ਉਦਾਂ ਹੀ ਕਰਨਗੇ ਜਿਵੇਂ ਆਪਣੇ ਬੇਟੇ ਦੀ ਖੁਦ ਆਪਣੀ ਉਹਦੀ ਮਰੀਅਮ ਤੋਂ ਲੈ ਕੇ ਯਿਸੂ ਦੀ ਰੱਖਿਆ ਕੀਤੀ ਗਈ ਸੀ। ਇਸੇ ਤਰ੍ਹਾਂ ਰੱਖਿਆ ਆਪਣੀ ਵੀ ਇਦਾਂ ਹੀ ਕਰਦੇ ਨੇ, ਕਿਉਂਕਿ ਆਪਾਂ ਉਹਦੇ ਬੱਚੇ ਹਾਂ, ਉਸ ਪਿਤਾ ਦੇ ਬੱਚੇ ਹਾਂ, ਵਿਸ਼ਵਾਸੀ ਹਾਂ। ਆਪਣੀ ਵੀ ਉਹੀ ਮਦਦ ਕਰਨਗੇ ਜਿਸੇ ਤਰ੍ਹਾਂ ਆਪਾਂ ਨੂੰ ਸੰਕਟ ਤੋਂ ਬਚਾਇਆ, ਆਪਾਂ ਪਾਸੇ ਨਿਕਲ ਗਏ। ਆਪਾਂ ਕਈ ਵਾਰੀ ਕਹਿੰਦੇ ਹਾਂ ਸੰਕਟ ਆ ਜਾਂਦਾ ਤਾਂ ਆਪਾਂ ਕੋਈ ਬਹਾਨਾ ਮਿਲ ਪਰਮੇਸ਼ਵਰ ਇਹੋ ਜਿਹਾ ਕਰਦਾ, ਆਪਾਂ ਕਿਸੇ ਸਾਈਡ ਨੂੰ ਨਿਕਲ ਜਾਂਦੇ ਹਾਂ ਤੋਂ ਮਗਰੋਂ ਟਲ ਜਾਂਦਾ ਤੇ ਵਾਪਸ ਆ ਜਾਂਦੇ, ਉਹ ਸਭ ਕੁਝ ਸਹੀ ਹੁੰਦਾ। ਇਸੇ ਤਰ੍ਹਾਂ ਦੇਖੋ ਸੰਕਟ ਆਏ ਤਾਂ ਪ੍ਰਭੂ ਯਿਸੂ ਮਸੀਹ ਉਸੇ ਮਿਸਰ ਦੇ ਵਿੱਚੋਂ ਵਾਪਸ ਯਰੂਸ਼ਲਮ ਦੇ ਵਿੱਚ ਤਾਂ ਉਹ ਸੰਕਟ ਟਲੇ ਗਏ। ਉਹ ਜਿਹੜੇ ਮਰ ਗਏ, ਜਿਹੜੇ ਪ੍ਰਭੂ ਨੂੰ ਮਾਰਨ ਵਾਲੇ ਸੀ, ਉਹ ਮਰ ਗਏ, ਜਿਹੜੇ ਪਰਮੇਸ਼ਵਰ ਦੇ ਸ਼ਬਦ ਨੂੰ ਮਾਰਨ ਵਾਲੇ ਸੀ, ਤਾਂ ਉਹ ਖਤਮ ਹੁੰਦੇ ਗਏ। ਤਾਂ ਅੱਜ ਵੀ ਉਹੀ ਜਿਹੜਾ ਪਰਮੇਸ਼ਵਰ ਦੇ ਸ਼ਬਦ ਦੇ ਉੱਤੇ ਇਸ ਤਰ੍ਹਾਂ ਦਾ ਅਤਿਆਚਾਰ ਕਰਦਾ ਜਾਂ ਕੋਈ ਉਹਦੇ ਖਿਲਾਫ ਹੁੰਦਾ, ਉਹ ਵੀ ਮਰ ਜਾਂਦੇ, ਉਹ ਵੀ ਬਚਦੇ ਨਹੀਂ। ਕਿਉਂਕਿ ਪਰਮੇਸ਼ਵਰ ਦੇ ਵਚਨ 'ਚ ਲਿਖਿਆ ਹੈ ਪਰਮੇਸ਼ਵਰ ਦੇ ਸ਼ਬਦ ਨੂੰ ਕੋਈ ਮਾਰ ਨਹੀਂ ਸਕਦਾ, ਪਰਮੇਸ਼ਵਰ ਨੂੰ ਕੋਈ ਮਾਰ ਨਹੀਂ ਸਕਦਾ। ਦੱਸੋ ਪਰਮੇਸ਼ਵਰ ਨੂੰ ਕੋਈ ਮਾਰ ਸਕਦਾ? ਉਸ ਨੂੰ ਕੋਈ ਨਹੀਂ ਮਾਰ ਸਕਦਾ। ਇਸੇ ਲਈ ਉਹ ਖੁਦ ਹੀ ਚਾਹੇ ਉਹ ਮਰਜ਼ੀ ਉਹ ਕੁਝ ਕਰ ਸਕਦਾ ਤੇ ਹੋ ਸਕਦਾ ਹੈ। ਤਾਂ ਮੈਂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ। ਇਸ ਵਚਨ ਤੋਂ ਇੱਥੇ ਵਚਨ ਇੰਨਾ ਹੀ ਰੱਖੂੰਗਾ। ਮੈਂ ਪਰਮੇਸ਼ਵਰ ਯਹੋਵਾ ਦਾ ਧੰਨਵਾਦ ਕਰਦਾ, ਮੈਂ ਪ੍ਰਭੂ ਯਿਸੂ ਮਸੀਹ ਦਾ ਧੰਨਵਾਦ ਕਰਦਾ, ਮਾਤਾ ਮਰੀਅਮ ਦਾ ਧੰਨਵਾਦ ਕਰਦਾ। ਕਿੰਨੇ ਸੰਕਟ ਤੋਂ ਲੈ ਕੇ ਦੇਖੋ ਕਿੰਨੇ ਦੇਸ਼ ਨੂੰ ਬਦਲਣੇ ਪਏ, ਅੱਗੇ ਦੇ ਕੇ ਨਿਕਲਣਾ ਪਿਆ। ਕਿੱਡੇ ਵੱਡੇ ਸੰਕਟ ਉੱਤੇ ਆਏ, ਉਹਨਾਂ ਸਮੇਂ ਤੇ ਉਹਨਾਂ ਮਾਵਾਂ ਦੇ ਬੱਚਿਆਂ ਦੇ ਸੰਕਟ ਆਏ ਤਾਂ ਪਰਮੇਸ਼ਵਰ ਨੇ ਕਿੱਡੇ ਵੱਡੇ ਅੱਗੇ ਆ ਕੇ ਚਮਤਕਾਰ ਕੀਤੇ। ਤੇ ਪ੍ਰਭੂ ਯਿਸੂ ਮਸੀਹ ਬੜੀ ਮਹਾਨ ਸ਼ਕਤੀ ਸੀ, ਪਰਮੇਸ਼ਵਰ ਦੇ ਪੁੱਤਰ ਸੀ। ਉਹ ਕੋਈ ਸਾਧੂ ਸੰਤ ਨਹੀਂ ਸੀ, ਉਹ ਤਾਂ ਖੁਦ ਹੀ ਪਰਮੇਸ਼ਵਰ ਦੇ ਬੇਟੇ ਸੀ। ਇਸੇ ਲਈ ਉਹ ਬਚਦੇ ਨੇ। ਆਪਾਂ ਨੂੰ ਕਿਉਂ ਬਚਾਉਂਦੇ? ਆਪਾਂ ਕਹਿੰਦੇ ਨਾ ਸਾਡੇ ਸੰਕਟ ਆਇਆ ਸੀ ਤਾਂ ਉਹ ਪ੍ਰਭੂ ਦੀ ਕਿਰਪਾ ਹੋ ਗਈ ਜੀ, ਬਚ ਗਿਆ। ਤਾਂ ਇਸੇ ਤਰ੍ਹਾਂ ਪਰਮੇਸ਼ਵਰ ਆਪਣਾ ਸਾਰਾ ਦੇ ਕੇ ਆਪਣੇ ਬੱਚਿਆਂ ਨੂੰ ਸਾਈਡ ਵਿੱਚ ਕਰ ਦਿੰਦਾ, ਤਾਂ ਬਚਾ ਲੈਂਦਾ ਹੈ। ਤਾਂ ਬੱਚਿਓ ਪਰਮੇਸ਼ਵਰ ਬੜਾ ਮਹਾਨ, ਸੱਚਾ ਤੇ ਮਹਾਰਾਜਾ। ਅੱਜ ਉਹਦਾ ਜਨਮ ਦਿਨ ਝੋੜਨ ਵਾਲੇ ਦਰਬਾਰ ਦੇ ਵਿੱਚ ਮਨਾ ਰਹੇ ਹਾਂ। ਮੈਂ ਬਹੁਤ ਧੰਨਵਾਦ ਕਰਦਾ ਜਿਹੜੇ ਬੱਚਿਆਂ ਨੂੰ ਮੈਂ ਬਚਨ ਇਸ ਲਈ ਦਿੱਤਾ, ਉਹਨਾਂ ਦੇ ਅੰਦਰੋਂ ਜਾਗਣ, ਸੁੱਤਾ ਹੋਇਆ ਜ਼ਮੀਰ ਜੋ ਜਾਗ ਜਾਏ ਤਾਂ ਪ੍ਰਭੂ ਦੇ ਉੱਤੇ ਵਿਸ਼ਵਾਸ ਹੋਵੇ ਤੇ ਉਹਦੀ ਵਡਿਆਈ ਹੋਵੇ, ਉਹਦਾ ਧੰਨਵਾਦ ਹੋਵੇ, ਉਹਦਾ ਸ਼ੁਕਰ ਹੋਵੇ, ਉਹਦੀ ਵਡਿਆਈ ਤੇ ਉਹ ਧੰਨਵਾਦ ਕਰਾਂਗੇ। ਉਹਦੇ ਇੱਕ ਦੇ ਵਿੱਚ ਸ਼ਾਮਲ ਕਰਾਂਗੇ, ਪ੍ਰਭੂ ਯਿਸੂ ਦਾ ਜਨਮ ਦਿਨ ਮਨਾਵਾਂਗੇ। ਤਾਂ ਪਹਿਲਾਂ ਸਾਡੇ ਵਾਲੇ ਭਵਨ ਦੇ ਵਿੱਚ ਮਨਾਇਆ ਗਿਆ, ਜਿਹੜਾ ਪਰਮੇਸ਼ਵਰ ਯਰੂਸ਼ਲਮ ਭਵਨ, ਇਸਰਾਇਲ ਜਿਹੜਾ ਭਵਨ ਹੈ ਉਹਦੀ ਵੇਦੀ ਹੈ। ਸਾਡੇ ਵਾਲੇ ਭਵਨ ਦੇ ਵਿੱਚ ਜੋ ਪਰਮੇਸ਼ਵਰ ਯਹੋਵਾ ਨੂੰ ਦੱਸੀ, ਜਿਸ ਤਰ੍ਹਾਂ ਦੇਖੋ ਯੂਸੁਫ ਨੂੰ ਸੰਦੇਸ਼ ਹੋਇਆ, ਯੂਸੁਫ ਨੂੰ ਸੰਦੇਸ਼ ਹੋਏ ਕਿ ਫਲਾਣੇ ਅੱਗੇ ਚਲਿਆ ਜਾ, ਤਾਂ ਉਹ ਬੇਦੀ ਦਾ ਵੀ ਸੰਦੇਸ਼ ਦੇਖੋ ਸੰਤ ਬਲਕਾਰ ਸਿੰਘ ਕੋਲੇ ਆ ਕੇ ਸਾਬੇ ਵਾਲੇ ਭਵਨ ਦੇ ਵਿੱਚ ਬੇਦੀ ਬਣ ਗਈ। ਇਸੇ ਤਰ੍ਹਾਂ ਸੰਦੇਸ਼ ਹੋਇਆ, ਸੰਦੇਸ਼ ਨਾਲ ਬੇਦੀ ਬਣੀ ਹੈ। ਇਸੇ ਤਰ੍ਹਾਂ ਸੰਤ ਬਲਕਾਰ ਸਿੰਘ ਜੀ ਚੁਣੇ ਗਏ। ਜਿਸ ਤਰ੍ਹਾਂ ਸੰਦੇਸ਼ ਦੇਖੋ ਪ੍ਰਭੂ ਯਿਸੂ ਨੂੰ ਯੂਸੁਫ ਨੂੰ ਮਿਲਿਆ, ਯੂਸੁਫ ਅਗਲੇ ਗਏ ਯਰੂਸ਼ਲਮ ਨੂੰ, ਤੋਂ ਫਿਰ ਵਾਪਸ ਲੌਟਦਾ ਹੈ, ਮਿਸਰ ਵਿੱਚ ਜਾਂਦਾ ਹੈ। ਤਾਂ ਦੇਖੋ ਪਰਮੇਸ਼ਰ ਸੰਕਟ ਤੁਹਾਡੇ ਇਸ ਦੁਨੀਆ ਦੇ ਵਿੱਚ ਇਸ ਏਰੀਏ ਦੇ ਉੱਤੇ ਆਏ ਤਾਂ ਪਰਮੇਸ਼ਰ ਨੇ ਚੁਣਿਆ, ਚੁਣ ਕੇ ਆਪਣਾ ਭਵਨ ਬਣਾਇਆ, ਵੇਦੀ ਬਣਾਈ ਇਸ ਏਰੀਏ ਦੇ ਸੰਕਟ ਦੂਰ ਕਰਨ ਵਾਸਤੇ। ਜਿਸ ਤਰ੍ਹਾਂ ਉਹ ਯਰੂਸ਼ਲਮ ਦੇ ਵਿੱਚ ਪਰਮੇਸ਼ਰ ਨੇ ਆਪਣਾ ਰਾਜ ਕਰਨ ਵਾਸਤੇ ਵਾਪਸ ਲੌਟੇ ਤਾਂ ਪ੍ਰਭੂ ਯਿਸੂ ਮਸੀਹ ਲੌਟੇ। ਇਹ ਬੱਚਿਓ ਸਦਾ ਇਸ ਤਰ੍ਹਾਂ ਹੀ ਹੁੰਦਾ, ਜੋ ਪ੍ਰਭੂ ਚਾਹੁੰਦਾ ਹੈ ਉਹ ਆਪਣੇ ਬੱਚਿਆਂ ਨੂੰ, ਨਵੀਆਂ ਸੰਤਾਂ ਨੂੰ ਭੇਜ ਕੇ ਉਸ ਤੋਂ ਸੰਕਟ ਨੂੰ ਦੂਰ ਕਰਦਾ ਹੈ, ਤਾਂ ਆਪਣੇ ਬੱਚਿਆਂ ਦੀ ਇੱਛਾ ਪੂਰੀ ਕਰਦਾ ਹੈ, ਤਾਂ ਉਹਨਾਂ ਨੂੰ ਚੁਣਦਾ ਹੈ। ਚੁਣ ਕੇ ਪਰਮੇਸ਼ਰ ਆਪਣੇ ਕੰਮ ਪੂਰੇ ਕਰਦਾ। ਜਿਸ ਤਰ੍ਹਾਂ ਯੂਸੁਫ ਨੂੰ ਦਾਊਦ ਦੀ ਸੰਤਾਨ ਦੇ ਵਿੱਚੋਂ ਚੁਣਿਆ ਗਿਆ ਸੀ, ਤਾਂ ਮਰੀਅਮ ਦੇ ਨਾਲ ਮੰਗਣੀ ਕੀਤੀ ਗਈ, ਕਿਉਂਕਿ ਉਸੇ ਸੰਤਾਨ ਦੇ ਵਿੱਚੋਂ, ਉਸ ਰੱਬ ਦੇ ਘਰ ਦੀ ਸੰਤਾਨ ਵਿੱਚੋਂ ਸੀ। ਦਾਊਦ ਪਰਮੇਸ਼ਰ ਦਾ ਬੜਾ ਨਬੀ ਸੰਤ ਸੀ, ਤਾਂ ਉਹਦੇ ਵਿੱਚੋਂ ਦੇਖੋ ਚਲੋ ਦੀ ਸੰਤਾਨ ਨੂੰ ਚੁਣ ਕੇ ਤੇ ਯੂਸੁਫ ਦੇ ਨਾਲ ਰਿਸ਼ਤਾ ਜੋੜਿਆ ਗਿਆ, ਤਾਂ ਪਰਮੇਸ਼ਰ ਦੇ ਗੱਦੀ ਦੇ ਨਾਲ ਰਿਸ਼ਤਾ ਜੋੜਿਆ ਗਿਆ। ਉਹ ਗੱਦੀ ਕਾਇਮ ਕਰ ਲਈ, ਜੋ ਪ੍ਰਭੂ ਯਿਸੂ ਦੀ ਗੱਦੀ ਸੀ, ਜਿਹੜੀ ਉਹ ਦਾਊਦ ਦੀ ਗੱਦੀ ਹੈ, ਉਹ ਕਾਇਮ ਕੀਤੀ ਗਈ। ਅੱਜ ਜਗਤ ਜੁਗਾ ਜੁਗ ਦਾਊਦ ਦੀ ਗੱਦੀ ਤੇ ਪ੍ਰਭੂ ਯਿਸੂ ਮਸੀਹ ਜੁਗਾ ਜੁਗ ਕਾਇਮ ਹੈ, ਉਹ ਗੱਦੀ ਕਾਇਮ ਹੈ। ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ, ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦਾ। ਅੱਜ ਜੋ ਸੰਗਤਾਂ ਪ੍ਰਭੂ ਯਿਸੂ ਦੇ ਇਸ ਝੋੜਨ ਵਾਲੇ ਭਵਨ ਦੇ ਵਿੱਚ ਵੀ ਇਹ ਆਪਾਂ ਜਨਮ ਦਿਨ ਮਨਾ ਰਹੇ ਹਾਂ, ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪ੍ਰਭੂ ਯਿਸੂ ਮਸੀਹ ਦਾ ਤੇ ਯਹੋਵਾ ਦਾ, ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ, ਸਾਰੀਆਂ ਸੰਗਤਾਂ ਨੂੰ ਕਿ ਪਰਮੇਸ਼ਵਰ ਯਹੋਵਾ ਦੇ ਵੱਲੋਂ, ਪ੍ਰਭੂ ਯਿਸੂ ਦੇ ਵੱਲੋਂ ਆਮੀਨ, ਹਾਲੇਲੂਇਆ, ਆਮੀਨ, ਹਾਲੇਲੂਇਆ, ਜੈ ਯਿਸੂ, ਜੈ ਮਾਤਾ ਮਰੀਅਮ, ਜੈ ਪਰਮੇਸ਼ਵਰ ਯਹੋਵਾ। ਤੇਰਾ ਧੰਨਵਾਦ ਕਰਦੇ ਹਾਂ, ਅੱਜ ਤੇਰਾ ਸ਼ੁਕਰ ਕਰਦੇ ਹਾਂ ਪ੍ਰਭੂ ਯਿਸੂ ਦੇ ਵਸੀਲੇ ਦੇ ਵਿੱਚ, ਧੰਨਵਾਦ ਕਰਦੇ ਹਾਂ। ਆਮੀਨ, ਹਾਲੇਲੂਇਆ।